हुण साडे नामधारी पंथ की बहुत ही महान शख्सियत पंडित हरभजन सिंह जी खंडू वालीए, उन्हां दे सपुत्र बहुत ही महान विद्वान पंडित यादविंदर सिंह जी हुण तो लैके नितनेम की अरदास तक वो आप जी नूं कथा राही निहाल करनगे। ज्ञान अंजन गुर दिया, अज्ञान अंधेर विनाश। हर कृपा ते संत पेटया, नानक मन परगास। याही कुल ते प्रगट होए, ताही कुल को नाम। पुन द्वादश गोरिंड को मेरी है प्रणाम। ओम शंकरं शंकराचार्यं केशवं बादरायणं सूत्रभाष्यकृतौ वन्दे भगवन्तौ पुनः पुनः। ईश्वरो गुरुरात्मेति मूर्तिभेद विभागिने, व्योमवद् व्याप्तदेहाय दक्षिणामूर्तये नमः। मंगलं दिशतु मे विनायको, मंगलं दिशतु मे सरस्वती, मंगलं दिशतु मे महेश्वरी, मंगलं दिशतु मे सदाशिव। परम सत्कारयोग उपस्थित हाजरीन साध संगत जीओ, सब तो पहला महान सतगुरां नूं याद करिए, सब प्रेम सत्कार नाल आखिए धन श्री सतगुरु राम सिंह सच्चे पातशाह जी। एक बार फिर
ਉਸ ਮਹਿਬੂਬ ਨੂੰ ਆਪਣੇ ਹਿਰਦਿਆਂ 'ਚ ਵਸਾਉਂਦੇ ਹੋਏ ਸਭ ਪ੍ਰੇਮ ਸਤਿਕਾਰ ਨਾਲ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਮੇਰੇ ਤੋਂ ਪਹਿਲਾਂ ਨਾਮਧਾਰੀ ਸਮਾਜ ਤੇ ਕਥਾਵਾਚਕ ਜਥੇਦਾਰ ਸਹਿਬਾਨਾਂ ਦੇ ਕੋਲੋਂ ਧੰਨ ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਉੱਤੇ ਆਪ ਨੇ ਬਹੁਤ ਕੁਝ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਇਸ ਹੋਲੇ ਮਹੱਲੇ ਦਾ ਜੋ ਮੇਲਾ ਮੌਕੇ ਦੇ ਸਤਿਗੁਰਾਂ ਨੇ ਉਸ ਸਮੇਂ ਦੇ ਵਿੱਚ ਇਸ ਪੁਰਾਤਨ ਤਿਉਹਾਰ ਨੂੰ ਹੋਰ ਸੁਹਾਵਣਾ ਬਣਾਉਣ ਦੇ ਵਾਸਤੇ ਤ੍ਰਿਵੇਣੀ ਪੁਰਬ ਬਣਾ ਦਿੱਤਾ। ਸਾਧ ਸੰਗਤ ਜੀ, ਅੱਜ ਦਾ ਜੋ ਦਿਨ ਹੈ ਉਹ ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੈ। ਸੋ ਦਿੱਤੇ ਹੋਏ ਸਮੇਂ ਦੇ ਅਨੁਸਾਰ ਦਾਸ ਉਸ ਪਰਮ ਪਿਤਾ ਪਰਮਾਤਮਾ ਦੇ ਰੂਪ ਸਤਿਗੁਰਾਂ ਦੇ ਕੁਝ ਗੁਣਾਂ ਦਾ ਗਾਇਨ ਆਪ ਦੇ ਸਾਹਮਣੇ ਕਰੇਗਾ। ਸਾਧ ਸੰਗਤ ਜੀ, ਗੁਰਬਾਣੀ ਨੇ ਔਰ ਸ਼ਾਸਤਰ ਨੇ ਅਧਿਆਤਮਿਕ ਜੀਵਨ ਦੇ ਵਿੱਚ ਸਤਿਗੁਰਾਂ ਦੀ ਕੀ ਮਹਿਮਾ ਹੈ, ਅਧਿਆਤਮਿਕ ਯਾਤਰਾ ਦੇ ਵਿੱਚ ਸਤਿਗੁਰੂ ਦੀ ਕਿੰਨੀ ਕੁ ਜ਼ਰੂਰਤ ਹੈ, ਇਸ ਬਿੰਦੂ ਦੇ ਉੱਤੇ ਬਹੁਤ ਪ੍ਰਕਾਸ਼ ਪਾਇਆ। ਸਾਧ ਸੰਗਤ ਜੀ, ਔਰ ਸਿੱਖੀ ਦਾ ਜੋ ਸਿਧਾਂਤ ਹੈ ਇਹ ਕੇਵਲ ਸਤਿਗੁਰਾਂ ਦੇ ਉੱਤੇ ਹੀ ਖੜਿਆ। ਸਾਧ ਸੰਗਤ ਜੀ, ਗੁਰੂ ਔਰ ਸਿੱਖ ਦਾ ਸੰਬੰਧ ਜਿੰਨਾ ਜ਼ਿਆਦਾ ਸ਼ਰਧਾ ਦੇ ਨਾਲ, ਜਿੰਨਾ ਜ਼ਿਆਦਾ ਪ੍ਰੇਮ ਤੇ ਭਾਵਨਾ ਦੇ ਨਾਲ ਭਰਿਆ ਹੋਏਗਾ, ਸਿੱਖ ਓਨੀਆਂ ਹੀ ਆਤਮਿਕ ਮੰਡਲ ਦੀਆਂ ਉਡਾਰੀਆਂ ਮਾਰੇਗਾ। ਸਾਧ ਸੰਗਤ ਜੀ, ਇਹ ਰਿਸ਼ਤਾ ਜੋ ਹੈ ਸੰਸਾਰ ਦੇ ਜਿੰਨੇ ਵੀ ਰਿਸ਼ਤੇ ਨੇ, ਧਨਾਨੀ ਭੂਮਉ ਪਸ਼ਮਸ਼ਚ ਗੋਸ਼ਠੇ ਨਾਰੀ ਗ੍ਰਿਹद्वारे ਜਨਸਮਸ਼ਾਨੇ ਦੇਹਿश्चितायं परलोक मार्गे धर्म नुगो गच्छति जीव एकः। ਸੰਸਾਰ ਦੇ ਜਿੰਨੇ ਵੀ ਰਿਸ਼ਤੇ ਔਰ ਸੰਬੰਧ ਨੇ ਉਹ ਕਿਤੇ ਨਾ ਕਿਤੇ ਵਿਅਕਤੀ ਨੂੰ ਸੰਸਾਰ ਦੇ ਨਾਲ ਜੋੜਦੇ ਨੇ। ਸਾਧ ਸੰਗਤ ਜੀ, ਇਸ ਵਿਅਕਤੀ ਦੀ ਜੋ ਆਂਤਰਿਕ ਅਵਸਥਾ ਹੈ, ਚਾਹੇ ਉਹ ਮੋਹ ਹੋਵੇ, ਚਾਹੇ ਮਮਤਾ ਹੋਵੇ, ਚਾਹੇ ਅਗਿਆਨ ਹੋਵੇ। ਸਤਿ ਸ੍ਰੀ ਅਕਾਲ। ਸੰਸਾਰ ਦੇ ਜਿੰਨੇ ਵੀ ਸੰਬੰਧ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਅਕਤੀ ਦੇ ਅੰਦਰ ਸੰਸਾਰ ਨੂੰ ਦ੍ਰਿੜ ਕਰਾਉਂਦੇ ਨੇ। ਦੁਨੀਆ ਦੇ ਉੱਤੇ ਕੇਵਲ ਔਰ ਕੇਵਲ ਇੱਕ ਐਸਾ ਸੰਬੰਧ ਹੈ ਗੁਰੂ ਔਰ ਸਿੱਖ ਦਾ ਜੋ ਇਸ ਵਿਅਕਤੀ ਦੀ ਸੰਸਾਰਕ ਯਾਤਰਾ ਨੂੰ ਵੀ ਸਫਲ ਕਰਦਾ ਹੈ ਔਰ ਮਾਨਵੀ ਜੀਵਨ ਦਾ ਜੋ ਮੁੱਖ ਉਦੇਸ਼ ਹੈ, ਆਪਣੇ ਸਵਰੂਪ ਨੂੰ ਜਾਣਨਾ, ਆਪਣੇ ਅਗਿਆਨ ਕਾਮ ਕ੍ਰੋਧ ਲੋਭ ਮੋਹ ਆਦਿ ਜਿੰਨੇ ਵੀ ਵਿਕਾਰ ਇਸ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾਂਦੇ ਨੇ,
ਉਹਨਾਂ ਵਿਕਾਰਾਂ ਨੂੰ ਜੋ ਦੂਰ ਕਰਦਾ ਹੈ, ਉਹ ਕੇਵਲ ਔਰ ਕੇਵਲ ਗੁਰੂ ਔਰ ਸਿੱਖ ਦਾ ਸੰਬੰਧ ਹੈ। ਸਾਧ ਸੰਗਤ ਜੀ, ਅਗਰ ਮੈਂ ਇਸ ਤਰ੍ਹਾਂ ਕਹਿ ਦਵਾਂ, ਜਿਹੜਾ ਸੰਸਾਰ ਦੇ ਪ੍ਰਤੀ ਤਿਆਗ, ਸੰਸਾਰ ਦੇ ਪ੍ਰਤੀ ਵੈਰਾਗ ਔਰ ਵਿਰਕਤੀ ਸਿਖਾਉਂਦਾ ਹੈ, ਉਸ ਸੰਬੰਧ ਦਾ ਨਾਮ ਹੀ ਗੁਰੂ ਔਰ ਸਿੱਖ ਦਾ ਸੰਬੰਧ ਹੈ। ਸਾਧ ਸੰਗਤ ਜੀ, ਇਹ ਜੀਵਨ ਦੀ ਜੋ ਕਲਾ ਹੈ, ਸੰਸਾਰ ਦੇ ਵਿੱਚ ਜਿਉਣਾ ਕਿਸ ਤਰ੍ਹਾਂ, ਸੰਸਾਰ ਦੇ ਕੰਮਾਂ ਕਾਰਾਂ ਨੂੰ, ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਿਆਂ ਹੋਇਆਂ ਉਸ ਪਰਮਾਤਮਾ ਦੇ ਨਾਲ ਸਾਂਝ ਕਿਸ ਤਰ੍ਹਾਂ ਪਾਉਣੀ ਹੈ, ਇਹ ਜੀਵਨ ਦੀ ਜਾਂਚ ਕੇਵਲ ਔਰ ਕੇਵਲ ਸਤਿਗੁਰੂ ਦੇ ਕੋਲੋਂ ਸਿੱਖਣ ਨੂੰ ਮਿਲਦੀ ਹੈ, ਹੋਰ ਸੰਸਾਰ ਦੇ ਕਿਸੇ ਸੰਬੰਧ ਕੋਲੋਂ ਨਹੀਂ। ਸਾਧ ਸੰਗਤ ਜੀ, ਸਿੱਖੀ ਦਾ ਜੋ ਸਿਧਾਂਤ ਹੈ, ਇਹ ਸਿੱਖੀ ਦਾ ਜੋ ਆਧਾਰ ਹੈ, ਉਹ ਆਪਣੇ ਸਤਿਗੁਰੂ ਦੇ ਪ੍ਰਤੀ ਪ੍ਰੇਮ, ਆਪਣੇ ਸਤਿਗੁਰੂ ਦੇ ਪ੍ਰਤੀ ਸ਼ਰਧਾ ਔਰ ਭਾਵਨਾ ਦੇ ਉੱਤੇ ਹੀ ਖੜਿਆ। ਸਾਧ ਸੰਗਤ ਜੀ, ਅਗਰ ਆਪ ਦੇ ਕੋਲ ਕਿੰਨੇ ਵੀ ਗੁਣ ਨੇ, ਪ੍ਰਹਿਲਾਦ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਕਹਿੰਦੇ ਨੇ, ਨਾ ਧਨਮ ਨਾ ਦਾਨਮ ਨਾ ਤਪੋ ਨਾ ਚੇਜਇਆ ਨਾ ਬ੍ਰਤਾਨੀਚਾ ਬਿਨਾ ਏਕਮ ਹਿਰਦੈ ਭਾਵਮ ਸਰਵਮੇਵ ਵਿਡੰਬਨਮ। ਕਹਿੰਦੇ ਨੇ ਕੋਈ ਵਿਅਕਤੀ ਕਿੰਨਾ ਵੀ ਦਾਨ ਕਰਦਾ ਹੈ, ਕੋਈ ਵਿਅਕਤੀ ਕਿੰਨਾ ਵੀ ਤਪ ਕਰਦਾ ਹੈ, ਤਪ ਬਹੁਤ ਪ੍ਰਕਾਰ ਦੇ ਤਪ ਨੇ, ਕੋਈ ਵਿਅਕਤੀ ਕਿੰਨੇ ਵੀ ਯਾਗ ਯੱਗ ਕਰਦਾ ਹੈ, ਕੋਈ ਵਿਅਕਤੀ ਕਿੰਨੇ ਵੀ ਵਰਤ ਕਰਦਾ ਹੈ, ਚਾਹੇ ਕਿਸੇ ਵੀ ਪ੍ਰਕਾਰ ਦੀ ਸਾਧਨਾ ਕਰਦਾ ਹੈ, ਪ੍ਰਹਿਲਾਦ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਕਹਿੰਦੇ ਨੇ, ਅਗਰ ਉਸ ਪਰਮਾਤਮਾ ਦੇ ਪ੍ਰਤੀ, ਉਸ ਸਤਿਗੁਰੂ ਦੇ ਪ੍ਰਤੀ ਹਿਰਦੇ ਦੇ ਵਿੱਚ ਪ੍ਰੇਮ ਨਹੀਂ, ਹਿਰਦੇ ਦੇ ਵਿੱਚ ਸ਼ੁੱਧ ਭਾਵਨਾ ਨਹੀਂ, ਸਰਵਮੇਵ ਵਿਡੰਬਨਮ, ਕਹਿੰਦੇ ਨੇ ਇਹ ਤੇ ਸਾਰੀ ਵਿਡੰਬਨਾ ਹੋ ਜਾਏਗੀ, ਸਾਰਾ ਵਿਅਰਥ ਹੀ ਹੋ ਜਾਏਗਾ। ਸਾਧ ਸੰਗਤ ਜੀ, ਭਾਵਨਾ ਦਾ, ਸਤਿਗੁਰੂ ਦੇ ਪ੍ਰਤੀ ਪ੍ਰੇਮ ਦਾ ਹਿਰਦੇ ਦੇ ਵਿੱਚ ਹੋਣਾ ਇੱਕ ਦੂਸਰੀ ਚੀਜ਼ ਹੈ। ਕੋਈ ਵਿਅਕਤੀ ਕਿੰਨਾ ਦਾਨ ਕਰਦਾ ਹੈ, ਕੋਈ ਵਿਅਕਤੀ ਕਿੰਨਾ ਤਪ ਕਰਦਾ ਹੈ, ਕੋਈ ਵਿਅਕਤੀ ਕਿੰਨੇ ਵਰਤ ਕਰਦਾ ਹੈ, ਕੋਈ ਵਿਅਕਤੀ ਕਿੰਨਾ ਯਾਗ ਯੱਗ ਕਰਦਾ ਹੈ, ਇਹਨਾਂ ਦਾ ਇੱਕ ਆਪਣਾ ਮਹਾਤਮ ਤੇ ਫਲ ਹੈ, ਪਰ ਆਪਣੇ ਸਰੂਪ ਦੇ ਨਾਲ ਅਭੇਦ ਹੋਣਾ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਉਹਦੇ ਵਾਸਤੇ ਪ੍ਰੇਮ ਤੇ ਸ਼ਰਧਾ ਦੇ ਨਾਲ ਹਿਰਦੇ ਦਾ ਪਿਘਲਣਾ ਬਹੁਤ ਜ਼ਰੂਰੀ ਹੈ। ਸਾਧ ਸੰਗਤ ਜੀ, ਬਹੁਤ ਜ਼ਰੂਰੀ ਹੈ। ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜੋ ਵੀ ਕੋਈ ਆਇਆ, ਉਹਨੂੰ ਸਤਿਗੁਰਾਂ ਨੇ ਇਸ ਨਾਮ ਦੀ ਦਾਤ ਦਿੱਤੀ, ਉਸ ਪਰਮਾਤਮਾ ਦੇ ਨਾਲ ਜੋੜਿਆ, ਜੀਵਨ ਨੂੰ ਬੜਾ ਸੱਚਾ ਤੇ ਸੁੱਚਾ ਬਣਾਉਣ ਦੀ ਪ੍ਰੇਰਨਾ ਦਿੱਤੀ। ਸਾਧ ਸੰਗਤ ਜੀ, ਜੀਵਨ ਜਿੰਨਾ ਜ਼ਿਆਦਾ ਸੱਚਾ ਤੇ ਸੁੱਚਾ ਬਣਦਾ ਜਾਏਗਾ, ਹਿਰਦੇ ਉਨਾ ਪਵਿੱਤਰ ਬਣਦਾ ਜਾਏਗਾ, ਔਰ ਜਿੰਨਾ ਜਿੰਨਾ ਹਿਰਦੇ ਪਵਿੱਤਰ ਬਣੇਗਾ, ਉਸੇ ਹਿਰਦੇ ਦੇ ਵਿੱਚ ਹੀ ਇਸ ਨਾਮ ਦਾ ਨਿਵਾਸ ਹੋਏਗਾ। ਸਾਧ ਸੰਗਤ ਜੀ, ਦਿਖਾਵਾ ਔਰ ਪਾਖੰਡ ਬਾਹਰ ਵਿਅਕਤੀ ਕਰ ਸਕਦਾ ਹੈ, ਬਹੁਤ ਸਾਰੇ ਲੋਕਾਂ ਨੂੰ ਭੁਲੇਖੇ ਦੇ ਵਿੱਚ ਪਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦੇ ਨਾਲ, ਇਸ ਸੁੰਦਰਤਾ ਔਰ ਧਨ ਵਿਖਾਵੇ ਦੇ ਨਾਲ ਬਾਹਰੀ ਜਾਲ ਸੁੱਟਿਆ ਜਾ ਸਕਦਾ ਹੈ, ਪਰ ਉਹ ਪਰਮ ਪਿਤਾ ਪਰਮਾਤਮਾ ਸਰਵਸਯ ਚਾਹਮ ਰਿਧੀ ਸੰਨਿਵਿਸ਼ਟੋ ਮਤः ਸਮ੍ਰਿਤਿ ਗਿਆਨ ਮਪੋਹਨਮ ਚਾ ਵੇदैश्च ਸਰਵੈਰਹਮੇਵ ਵਿਦਿਓ ਵੇਦਾਂਤ ਕ੍ਰਿਤ ਵਿਦ ਵਿਦੇਵ ਚਾਹਮ। ਉਹ ਪਰਮਾਤਮਾ ਸਭ ਦੇ ਹਿਰਦਿਆਂ ਦੇ ਵਿੱਚ ਅੰਤਰਜਾਮੀ ਰੂਪ ਦੇ ਵਿੱਚ ਵਿਰਾਜਮਾਨ ਹੈ, ਜ਼ਰਰੇ ਜ਼ਰਰੇ ਦੇ ਵਿੱਚ ਉਹਦਾ ਅਸਤਿਤਵ ਹੈ। ਉਸ ਪਰਮਾਤਮਾ ਨੂੰ ਕੋਈ ਧੋਖਾ
नहीं दे सकता। साध संगत जी, उस परमात्मा नूं कोई पखंड ते दिखावे दे नाल उलझा नहीं सकता। जो सच्चाई है उस परमात्मा दे सामने है। साध संगत जी, जिन्ना जिन्ना व्यक्ति सच्चाई दे नाल, पवित्रता दे नाल, इस शुभ गुणा दे नाल प्रेम करेगा, इहदे उत्ते आस्था ते श्रद्धा रखेगा, हिरदे उन्ना उन्ना पवित्र हुंदा जाएगा। सिर्फ गल्लां दे नाल, देखा देखी दे नाल इस अध्यात्मिक यात्रा दे विच अगे नहीं वधिया जा सकदा। साध संगत जी, मैं इस गल नूं कह देना वां, शास्त्र और गुरबाणी दे अनुसार सतगुरां दी बख्शिश दे नाल दान हर व्यक्ति नहीं कर सकता, याग यज्ञ हर व्यक्ति नहीं कर सकता। धन चाहिदा, बहुत सारी व्यवस्था चाहिदी है, हर व्यक्ति नहीं कर सकता। पर प्रेम हिरदे दे अंदर ले आउणा, अपनी शरधा ते विश्वास नूं दृढ़ बनाउणा, सतगुरां दे प्रति अपनी आस्था नूं बनाउणा, सतगुरां दी दसी हुई मर्यादा दे प्रति अपना पूर्ण विश्वास बनाउणा, ये हर व्यक्ति कर सकता है। साध संगत जी, चाहे कोई अमीर है, गरीब है, विद्वान है, अनपढ़ है, इस साधना नूं हर व्यक्ति कर सकता है। साध संगत जी, और व्यक्ति दे अंदर दा जो काम है, व्यक्ति दे अंदर ज्यादा क्रोध ते लोभ है, ओनू दुनिया दी होर कोई ताकत नहीं कट सकती, जिन्ना चिर व्यक्ति अपने आप प्रयत्न करके अपने पूर्ण स्वरूप नूं सतगुरां दे प्रति समर्पित नहीं करता, उस किरपा ते बख्शिश दी याचना नहीं करता, उन्ना चिर उस नाम दा निवास व्यक्ति दे हिरदे दे विच नहीं हो सकता। साध संगत जी, सतगुरु दे आउण दा मतलब की है? यदा यदा ही धर्मस्य ग्लानिर्भवति भारता, आद गीता दे वाक्य दे अनुसार धर्म संस्थापनाए, धर्म दी स्थापना करन दे वास्ते, साधु पुरुषां दा उद्धार करन वास्ते ते आसुरी जो प्रवृत्तियां ने उन्हां दा नाश करन दे वास्ते सतगुरु इस मात लोक ते आउंदे ने। सासन आप नारायण कला धार जग में परवरियो, आद वाक दे अनुसार निर्गुण आप सरगुण पियो ही, कला तार जिन सगली मोही दे वाक अनुसार वो निर्गुण निराकार परमात्मा सर्वत्र रमया होया जो अस्तित्व है, वो एक शरीर दे अंदर केंद्रीभूत होके अपनी उसे माया नू वशीभूत करके किसे माता दे गर्भ दे राही इस संसार दे विच अवतार धारण करदा है। उस अवतार दा मतलब की है? सजनों, गुरु नानक पातशाह तो पहला वेद शास्त्र लिखे जा चुके ने, और उस वेद और शास्त्रां दे विच अथवा गुरु नानक पातशाह और उस तो बाद दे गुरु साहिबां ने जो भी बाणी उच्चारण कीती है, उस गुरबाणी दे अंदर जीवन नू श्रेष्ठ बनाउण दीयां जिन्नियां भी साधनावां ने उन्हां सारियां दा वर्णन हो चुके है। होर कोई भी गल बाकी नहीं, पर भगवान श्री कृष्ण इस गल दी हामी भरदे ने, गुरु पातशाह अपनी गुरबाणी च हामी भरदे ने कि उस निरंकारी जोत नू समय समय दे अनुसार धर्म दी स्थापना करन दे वास्ते अवतार लेना पैंदा। साध संगत जी, धर्म दी स्थापना की है? इस माया दे कारण, इस संसार दे आकर्षण दे कारण व्यक्ति दा जो मन है, व्यक्ति दी जो चेतना है, वो काम क्रोध लोभ मोह आदि विषयां दे विच, इस संसारिक संबंधां दे विच, इस संसार दे विषय सुख दे विच अपने मन नू इन्ना वसा लैंदी है,
ਇਸ ਸੰਸਾਰ ਦਾ ਰਸ, ਇਸ ਸੰਬੰਧਾਂ ਦਾ ਪ੍ਰੇਮ ਵਿਅਕਤੀ ਦੇ ਮਨ ਨੂੰ ਇੰਨਾ ਰੋਮਾਂਚਿਤ ਕਰ ਦਿੰਦਾ ਹੈ ਕਿ ਉਸ ਪਰਮਾਤਮਾ ਦੀ ਯਾਦ ਵਿਅਕਤੀ ਨੂੰ ਭੁੱਲ ਜਾਂਦੀ ਹੈ। ਸਾਧ ਸੰਗਤ ਜੀ, ਇਸ ਸੰਸਾਰ ਦਾ ਛਲਾਵਾ ਇਸ ਤਰ੍ਹਾਂ ਹੈ, ਇਹਨਾਂ ਸੰਬੰਧਾਂ ਦੀ ਮਿਠਾਸ ਇਸ ਤਰ੍ਹਾਂ ਦੀ ਹੈ, ਸੰਸਾਰ ਦੇ ਵਿਸ਼ਿਆਂ ਦਾ ਰਸ ਇਸ ਤਰ੍ਹਾਂ ਦਾ ਹੈ, ਵਿਅਕਤੀ ਦਾ ਮਨ ਗ੍ਰਸਿਤ ਹੋ ਜਾਂਦਾ ਹੈ, ਉਸ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ। ਸਾਧ ਸੰਗਤ ਜੀ, ਇਹਨੂੰ ਹੀ ਧਰਮ ਦੀ ਸਥਾਪਨਾ ਕਹਿੰਦੇ ਨੇ। ਔਰ ਬਾਰੰਬਾਰ ਉਸ ਨਿਰਗੁਣ ਨਿਰਾਕਾਰ ਪਰਮਾਤਮਾ ਨੂੰ ਇਸ ਸਰਗੁਣ ਸਾਕਾਰ ਸਰੂਪ ਦੇ ਵਿੱਚ ਸਮੇਂ ਅਨੁਸਾਰ ਸੰਸਾਰ ਦੇ ਵਿੱਚ ਅਵਤਾਰ ਲੈਣਾ ਪੈਂਦਾ। ਸਾਧ ਸੰਗਤ ਜੀ, ਜਿਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਗਲਤੀ ਕਰਨ ਤੋਂ ਬਾਅਦ ਬਾਰ-ਬਾਰ ਯਾਦ ਕਰਵਾਉਣਾ ਪੈਂਦਾ, ਇਸੇ ਪ੍ਰਕਾਰ ਉਸ ਪਰਮ ਪਿਤਾ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਕੀ ਹੈ। ਮਹਾਰਿਸ਼ੀ ਬਿਆਸ ਜੀ ਕਹਿੰਦੇ ਨੇ, ਉਰਦ ਬਾਹੂ ਵਿਰਮਯ ਏਸ਼ਸ ਭਗਵਤਾ ਕਿਰਪਾ ਏਤਤ। ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਸਾਡੇ ਜੀਵਨ ਦੇ ਵਾਸਤੇ, ਸਾਡੇ ਸੁਖ ਦੇ ਵਾਸਤੇ ਇਸ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਜੜ ਪਦਾਰਥ ਦੀ ਮਹਾਨਤਾ ਨਹੀਂ, ਚੇਤਨ ਦੀ ਮਹਾਨਤਾ ਹੈ। ਸਾਧ ਸੰਗਤ ਜੀ, ਜਲ ਆਪਣੇ ਵਾਸਤੇ ਨਹੀਂ ਬਣਿਆ, ਇਹ ਹਵਾ ਆਪਣੇ ਵਾਸਤੇ ਨਹੀਂ ਬਣੀ, ਇਹ ਸਾਡੇ ਵਾਸਤੇ ਉਸ ਪਰਮਾਤਮਾ ਨੇ ਬਣਾਈ ਹੈ। ਇਹ ਫਲ, ਇਹ ਫੁੱਲ, ਇਹ ਬਨਸਪਤੀ, ਇਹ ਤਰ੍ਹਾਂ ਤਰ੍ਹਾਂ ਸੰਸਾਰ ਦਾ ਜੋ ਸੁੰਦਰਪਨ ਹੈ, ਇਹ ਵਿਅਕਤੀ ਦੇ ਜੀਵਨ ਦੇ ਵਾਸਤੇ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਇਹ ਪਰਮਾਤਮਾ ਦੀ ਬੜੀ ਕਿਰਪਾ ਹੈ ਇਸ ਸੰਸਾਰ ਤੇ, ਸਾਡੇ ਸਾਰਿਆਂ ਦੇ ਉੱਤੇ। ਪਰ ਮਹਾਰਿਸ਼ੀ ਬਿਆਸ ਕਹਿੰਦੇ ਨੇ, ਉਹ ਪਰਮਾਤਮਾ ਸਭ ਤੋਂ ਵੱਡੀ ਕਿਰਪਾ ਕੀ ਕਰਦਾ ਹੈ, ਜਿਹੜਾ ਬਾਰ-ਬਾਰ ਉਸ ਅਵਤਾਰ ਨੂੰ ਧਾਰਨ ਕਰਕੇ ਇਸ ਵਿਅਕਤੀ ਨੂੰ ਯਾਦ ਕਰਵਾਉਣ ਵਾਸਤੇ ਆਉਂਦੇ ਨੇ। ਐ ਜੀਵਾਤਮਾ, ਤੇਰਾ ਲਕਸ਼ ਇਹ ਸੰਸਾਰ ਨਹੀਂ, ਤੇਰਾ ਲਕਸ਼ ਉਹ ਪਰਮਾਤਮਾ ਨਿਰੰਕਾਰ ਹੈ। ਤੇਰਾ ਲਕਸ਼ ਇਹ ਸੰਸਾਰ ਦੇ ਵਿੱਚ ਰਹਿ ਕੇ ਇਹਨਾਂ ਸੰਬੰਧਾਂ ਨੂੰ ਹੀ ਦ੍ਰਿੜ ਕਰਨਾ ਨਹੀਂ, ਤੇਰਾ ਲਕਸ਼ ਹੈ ਉਸ ਸਤਿਗੁਰਾਂ ਦੀ ਸ਼ਰਨ ਲੈ ਕੇ ਆਪਣੇ ਜੀਵਨ ਨੂੰ ਸੱਚਾ ਤੇ ਸੁੱਚਾ ਬਣਾ ਕੇ ਆਪਣੀ ਅੰਤਰ ਆਤਮਾ ਦੇ ਨਾਲ ਅਭੇਦ ਅਨੁਭਵ ਕਰਕੇ ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਤੇਰੇ ਜੀਵਨ ਦਾ ਮਕਸਦ ਹੈ। ਇਸ ਚੀਜ਼ ਨੂੰ ਯਾਦ ਕਰਵਾਉਣਾ ਉਸ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਸੰਸਾਰ ਤੇ। ਸਾਧ ਸੰਗਤ ਜੀ, ਔਰ ਉਸ ਕਿਰਪਾ ਦਾ ਮਾਧਿਅਮ ਹੈ ਸਤਿਗੁਰੂ। ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਆਜੀਵਨ ਇਸੇ ਹੀ ਉਸ ਲੋਕਾਈ ਦੇ ਭਲੇ ਦੇ ਵਾਸਤੇ ਜਿਸਨੇ ਵੀ ਆਉਣਾ ਉਹਨੂੰ ਇਹੀ ਉਪਦੇਸ਼ ਦੇਣਾ। ਸਾਧ ਸੰਗਤ ਜੀ, ਕਿਸ ਤਰ੍ਹਾਂ ਉਸ ਨਾਮ ਨਾਲ ਜੁੜਿਆ ਜਾਵੇ, ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸੱਚਾ ਤੇ ਸੁੱਚਾ ਬਣਾਇਆ ਜਾਵੇ। ਸਾਧ ਸੰਗਤ ਜੀ, ਗੁਰੂ ਅਮਰਦਾਸ ਪਾਤਸ਼ਾਹ ਦੀ ਇੱਕ ਪੌੜੀ ਹੈ। ਪਾਤਸ਼ਾਹ ਲਿਖਦੇ ਨੇ, ਸੋ ਸਤਿਗੁਰ ਸੇਵੋ ਸਾਧ ਸੰਗ, ਜਿਨ ਹਰ ਹਰ ਨਾਮ ਦ੍ਰਿੜਾਇਆ, ਸੋ ਸਤਿਗੁਰ ਪੂਜੋ ਦਿਨ ਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ, ਸੋ ਸਤਿਗੁਰ ਦੇਖੋ ਨਿਮਖ ਨਿਮਖ, ਜਿਨ ਹਰ ਹਰ ਪੰਥ ਬਤਾਇਆ, ਸੋ ਸਤਿਗੁਰ ਸਭ ਪੱਗੀ ਲਗੋ, ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਧੰਨ ਧੰਨ ਸਭ ਕਹੋ, ਜਿਨ ਭਗਤ ਭੰਡਾਰ ਵਹਾਇਆ। ਮੈਂ ਬੇਨਤੀ ਕਰਾਂ ਬੜੀ ਨਿਮਰਤਾ ਦੇ ਨਾਲ, ਅੱਜ ਸੰਸਾਰ ਦੇ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਧਰਮ ਦੇ ਨਾਲ ਜੁੜਿਆ, ਕਿਉਂਕਿ ਵਿਅਕਤੀ ਦੀ ਮਾਨਸਿਕ ਖੁਰਾਕ ਹੈ। ਜਾਣੇ ਅਣਜਾਣੇ ਦੇ ਵਿੱਚ ਹਰ ਵਿਅਕਤੀ ਕਿਸੇ ਆਦ੍ਰਿਸ਼ ਸ਼ਕਤੀ ਦੇ ਨਾਲ, ਕਿਸੇ ਅਗੰਮੀ ਚੇਤਨਾ ਦੇ ਨਾਲ ਜੁੜਨਾ ਪਸੰਦ ਕਰਦਾ ਹੈ, ਕਿਉਂਕਿ ਮਾਨਵੀਏ ਮਨ ਦਾ ਇਹ ਸੁਭਾਵ ਹੈ। ਮਾਨਵੀਏ ਮਨ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਪਰਮਾਤਮਾ ਦੇ ਨਾਲ ਜੁੜੇਗਾ। ਸਾਧ ਸੰਗਤ ਜੀ, ਕਿਉਂਕਿ ਮਨ ਦੀ, ਸਾਡੀ ਚੇਤਨਾ ਦੀ ਇਹ ਨਿਰੰਤਰ ਮੰਗ ਹੈ
ਵਿਅਕਤੀ ਉਸ ਪਰਮਾਤਮਾ ਦੇ ਵੱਲ ਜਾ ਰਿਹਾ। ਸਾਧ ਸੰਗਤ ਜੀ, ਜਾਣੇ ਅਣਜਾਣੇ ਦੇ ਵਿੱਚ ਹਰ ਨਦੀ ਦੀ ਜੋ ਯਾਤਰਾ ਹੈ ਉਹ ਸਮੁੰਦਰ ਵੱਲ ਹੈ, ਔਰ ਜਾਣੇ ਅਣਜਾਣੇ ਦੇ ਵਿੱਚ ਹਰ ਵਿਅਕਤੀ ਦੀ ਜੋ ਯਾਤਰਾ ਹੈ ਉਹ ਪਰਮਾਤਮਾ ਦੇ ਵੱਲ ਹੈ। ਸਾਧ ਸੰਗਤ ਜੀ, ਪਰ ਸਾਰਿਆਂ ਦੀ ਇਹ ਯਾਤਰਾ ਵਿਚਾਰ ਪੂਰਵਕ ਨਹੀਂ ਹੁੰਦੀ, ਸਾਰਿਆਂ ਦੀ ਇਹ ਯਾਤਰਾ ਜਾਗ੍ਰਿਤੀ ਪੂਰਵਕ ਨਹੀਂ ਹੁੰਦੀ, ਸਾਰਿਆਂ ਦੀ ਇਹ ਯਾਤਰਾ ਸ਼ਾਸਤਰ ਔਰ ਗੁਰਬਾਣੀ ਦੇ ਅਨੁਸਾਰ ਨਹੀਂ ਹੁੰਦੀ। ਸਾਧ ਸੰਗਤ ਜੀ, ਮੈਂ ਇਸੇ ਬਿੰਦੂ ਵੱਲ ਆਪ ਦਾ ਧਿਆਨ ਦਿਵਾਉਣਾ ਚਾਹੁੰਦਾ। ਅਗਰ ਆਪ ਕਿਸੇ ਵੀ ਪੰਥ ਸੰਪਰਦਾਇ ਦੇ ਨਾਲ ਜੁੜੇ ਹੋ, ਆਪ ਅਗਰ ਕਿਸੇ ਵੀ ਗੁਰੂ ਪੀਰ ਦੇ ਨਾਲ ਜੁੜੇ ਹੋ, ਧਰਮ ਦੀ ਦੁਨੀਆ ਦੇ ਵਿੱਚ ਸ਼ਰਧਾ ਔਰ ਵਿਸ਼ਵਾਸ ਦੀ ਬਹੁਤ ਜ਼ਰੂਰਤ ਹੈ। ਪਰ ਅਗਰ ਇਹ ਸ਼ਰਧਾ ਔਰ ਵਿਸ਼ਵਾਸ ਅੰਧੀ ਬਣ ਜਾਵੇ, ਚਾਹੇ ਕੋਈ ਵਿਅਕਤੀ ਕਿਸੇ ਵੀ ਨਿਯਮ ਦਾ ਅਨੁਸ਼ਠਾਨ ਕਰਦਾ, ਉਹਦੇ ਤੋਂ ਬਹੁਤ ਉੱਚਾ ਫਲ ਦੀ ਆਸ ਵਿਅਕਤੀ ਆਪਣੇ ਅੰਦਰ ਨਾ ਰੱਖੇ। ਸਾਧ ਸੰਗਤ ਜੀ, ਗੁਰੂ ਅਮਰਦਾਸ ਪਾਤਸ਼ਾਹ ਇੱਕ ਸਿੱਖ ਦੀ ਚੇਤਨਾ ਦੇ ਅੰਦਰ ਬੈਠ ਕੇ ਆਪਣੇ ਸਤਿਗੁਰੂ ਦੇ ਪ੍ਰਤੀ ਜੋ ਭਾਵ ਹੋਣਾ ਚਾਹੀਦਾ ਉਹਨੂੰ ਇਸ ਪੌੜੀ ਦੇ ਵਿੱਚ ਵਰਣਨ ਕਰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਸਤਿਗੁਰ ਸੇਵੋ ਸਾਧ ਜਨੋ ਜਿਨ ਹਰ ਹਰ ਨਾਮ ਦ੍ਰਿੜਾਇਆ। ਪਹਿਲੀ ਨਿਸ਼ਾਨੀ ਹੈ, ਆਪ ਇਸ ਚੀਜ਼ ਨੂੰ ਵੇਖੋ ਜਿੱਥੇ ਵੀ ਜੁੜੇ ਹੋ ਕਿ ਉਸ ਗੁਰੂ ਦੇ ਨਾਲ ਜੁੜ ਕੇ, ਉਸ ਧਰਮ ਅਸਥਾਨ ਦੇ ਨਾਲ ਜੁੜ ਕੇ ਉਹ ਵਿਅਕਤੀ ਤੁਹਾਨੂੰ ਪਰਮਾਤਮਾ ਦੀ ਯਾਦ ਕਰਵਾ ਰਿਹਾ ਕਿ ਨਹੀਂ ਕਰਵਾ ਰਿਹਾ। ਸਾਧ ਸੰਗਤ ਜੀ, ਖਿਮਾ ਕਰਨਾ, ਕਹਿਣ ਦੇਣਾ, ਅੱਜ ਜਿੰਨਾ ਕਪਟ, ਅੱਜ ਜਿੰਨਾ ਧੋਖਾ ਸੰਸਾਰ ਦੇ ਵਿੱਚ ਧਰਮ ਦੇ ਨਾਮ ਤੇ ਹੋ ਰਿਹਾ, ਹੋਰ ਕਿਸੇ ਵੀ ਗੱਲ ਤੇ ਨਹੀਂ ਹੋ ਰਿਹਾ। ਸਾਧ ਸੰਗਤ ਜੀ, ਇਹ ਮਨ ਇੰਨੇ ਸ਼ੁੱਧ ਤੇ ਨਿਰਮਲ ਸਨ, ਇਹ ਮਨ ਇੰਨੇ ਪ੍ਰੇਮ ਤੇ ਪਵਿੱਤਰਤਾ ਦੇ ਨਾਲ ਭਰੇ ਸਨ, ਪਰ ਸੰਸਾਰ ਦੇ ਵਿੱਚ ਧਰਮ ਦੇ ਨਾਂ ਤੇ ਜੋ ਪਾਖੰਡ ਔਰ ਆਡੰਬਰ ਦੇਖਿਆ ਜਾ ਰਿਹਾ ਹੈ, ਅੱਜ ਦੀ ਜਿੰਨੀ ਵੀ ਯੁਵਾ ਪੀੜ੍ਹੀ ਹੈ, ਮੈਂ ਕਹਿ ਸਕਦਾ ਧਰਮ ਦੇ ਉੱਤੋਂ ਵਿਸ਼ਵਾਸ ਉੱਠਦਾ ਜਾ ਰਿਹਾ। ਸਾਧ ਸੰਗਤ ਜੀ, ਇਹਦੇ ਵਿੱਚ ਕਿਤੇ ਨਾ ਕਿਤੇ ਦੋਸ਼ੀ ਅਸੀਂ ਵੀ ਹਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਿਆਨ ਕਰਦੇ ਨੇ, ਅਗਰ ਅੱਖਾਂ ਖੋਲ ਕੇ ਵਿਚਾਰ ਪੂਰਵਕ ਤੁਸੀਂ ਚੱਲੋਗੇ, ਦੁਨੀਆ ਦੇ ਉੱਤੇ ਕੋਈ ਵੀ ਤੁਹਾਨੂੰ ਧੋਖਾ ਨਹੀਂ ਦੇ ਸਕਦਾ। ਸਾਧ ਸੰਗਤ ਜੀ, ਜਦੋਂ ਵੀ ਵਿਅਕਤੀ ਦੀਆਂ ਅੱਖਾਂ ਬੰਦ ਹੋਣਗੀਆਂ ਉਦੋਂ ਹੀ ਠੋਕਰ ਲੱਗੇਗੀ। ਜਦੋਂ ਹੀ ਵਿਅਕਤੀ ਬੇਵਿਚਾਰਾ ਹੋ ਜਾਏਗਾ ਉਦੋਂ ਹੀ ਵਿਅਕਤੀ ਅਗਿਆਨ ਤੇ ਭਰਮ ਦੇ ਵਿੱਚ ਫਸ ਜਾਏਗਾ। ਜਦੋਂ ਹੀ ਵਿਅਕਤੀ ਅਗਿਆਨ ਦੇ ਵਿੱਚ ਆ ਜਾਏਗਾ ਉਦੋਂ ਹੀ ਇਹਨੂੰ ਠੱਗਿਆ ਜਾਏਗਾ। ਸਾਧ ਸੰਗਤ ਜੀ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਇਹ ਵੇਖੋ ਜਿੱਥੇ ਤੁਸੀਂ ਜੁੜੇ ਹੋ, ਸੋ ਸਤਿਗੁਰ ਸੇਵੋ ਸਾਧ ਜਨੋ ਜਿਨ ਹਰ ਹਰ ਨਾਮ ਦ੍ਰਿੜਾਇਆ। ਪਹਿਲੀ ਚੀਜ਼ ਇਹ ਵੇਖੋ ਜਿੱਥੇ ਅਸੀਂ ਜੁੜੇ ਆ, ਉਹ ਸਤਿਗੁਰੂ ਸਾਨੂੰ ਨਾਮ ਦੇ ਨਾਲ ਜੋੜਦੇ ਨੇ ਕਿ ਨਹੀਂ ਜੋੜਦੇ। ਉਸ ਸਤਿਗੁਰੂ ਨੂੰ ਮਿਲਣ ਦੇ ਨਾਲ ਸਾਡੇ ਅੰਦਰ ਨਾਮ ਜਪਣ ਦੀ ਜਿਗਿਆਸਾ ਪੈਦਾ ਹੁੰਦੀ ਹੈ ਕਿ ਨਹੀਂ ਹੁੰਦੀ। ਉਸ ਨਾਮ ਦੀ ਮਹਿਮਾ ਦਾ ਵਿਆਖਿਆਨ ਉੱਥੇ ਹੁੰਦਾ ਕਿ ਨਹੀਂ ਹੁੰਦਾ। ਇਹ ਪਹਿਲੀ ਚੀਜ਼ ਹੈ। ਸਾਧ ਸੰਗਤ ਜੀ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਐਸੇ ਸਮੇਂ ਦੇ ਵਿੱਚ ਔਰ ਐਸੇ ਲੋਕਾਂ ਦੇ ਵਿੱਚ ਇਸ ਨਾਮ ਦਾ ਪ੍ਰਚਾਰ ਕੀਤਾ ਜਿਨ੍ਹਾਂ ਦਾ ਧਰਮ ਦੇ ਨਾਲ ਦੂਰ ਦੂਰ ਤੱਕ ਰਿਸ਼ਤਾ ਨਹੀਂ ਸੀ। ਉਹਨਾਂ ਨੇ ਸਵਾਸ ਸਵਾਸ ਨਾਮ ਨੂੰ ਜਪ ਕੇ ਆਪਣੇ ਜੀਵਨ ਨੂੰ ਸਫਲ ਕੀਤਾ, ਔਰ ਇਸ ਨਾਮ ਦੀ ਤਾਕਤ ਉਹਨਾਂ ਦੇ ਅੰਦਰ ਇੰਨੀ ਦ੍ਰਿੜ ਹੋ ਗਈ, ਉਹ ਹਰ ਜਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਦੇ ਵਾਸਤੇ ਤਿਆਰ ਹੋ ਗਏ। ਸਾਧ ਸੰਗਤ ਜੀ, ਸਤਿਗੁਰੂ ਬਾਲਕ ਸਿੰਘ ਸੱਚੇ, ਮੈਂ ਸਮੇਂ ਦੇ ਅਨੁਸਾਰ ਬੇਨਤੀ ਕਰਾਂ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਦੇ ਵਿੱਚ ਇੱਕ ਭਾਈ ਮੁਖਾ ਜੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕੀਤਾ,
ਔਰ ਉਸ ਨਾਮ ਨੂੰ ਕਮਾਇਆ। ਸਾਧ ਸੰਗਤ ਜੀ, ਕਮਾਇਆ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਨਾਮ ਨਾਲ ਮਸ਼ੱਕਤ ਕਰਨੀ ਪੈਂਦੀ ਹੈ, ਇਸ ਨਾਮ ਦੀ ਕਮਾਈ ਕਰਨੀ ਪੈਂਦੀ ਹੈ। ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨੀ, ਬ੍ਰਹਮ ਸਰੋਤਰੀ, ਬ੍ਰਹਮਨਿਸ਼ਠੀ ਮਹਾਤਮਾ ਪੰਡਤ ਸੰਤ ਜਗਤ ਸਿੰਘ ਜੀ ਖੰਡੂ ਵਾਲੀਆਂ ਨੂੰ ਜਦੋਂ ਇਸ ਨਾਮ ਦੀ ਦਾਤ ਦਿੱਤੀ, ਸੰਜੀ ਮਹਾਰਾਜ ਨੇ ਦਿਨ ਰਾਤ ਇਸ ਨਾਮ ਦੀ ਕਮਾਈ ਕਰਕੇ, ਮਸ਼ੱਕਤ ਕਰਕੇ ਉਸ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੇ। ਸਾਧ ਸੰਗਤ ਜੀ, ਭਾਈ ਮੁਖਾ ਜੀ ਨੇ ਇਸ ਨਾਮ ਦੀ ਕਮਾਈ ਕੀਤੀ। ਉਸ ਸ਼ਹਿਰ ਦੇ ਅੰਦਰ ਇੱਕ ਛੋਟੀ ਜੀ ਦੁਕਾਨ ਕਰਿਆ ਕਰਦੇ ਸਨ ਕਰਿਆਨੇ ਦੀ। ਉਥੋਂ ਦਾ ਜਿਹੜਾ ਥਾਣੇਦਾਰ ਸੀ ਉਹ ਮੁਸਲਮਾਨ ਸੀ। ਸਾਧ ਸੰਗਤ ਜੀ, ਉਹ ਇਸ ਗੱਲ ਤੋਂ ਚਿੜਦਾ ਸੀ ਕਿ ਇਹ ਸਾਰੇ ਲੋਕ ਜਦੋਂ ਦੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨਾਲ ਜੁੜੇ ਨੇ, ਇਹ ਕਿਸੇ ਅੱਗੇ ਝੁਕਦੇ ਹੀ ਨਹੀਂ, ਇਹ ਆਪਣੇ ਹੀ ਰੰਗ ਦੇ ਵਿੱਚ ਮਸਤ ਰਹਿੰਦੇ ਨੇ। ਉਸ ਥਾਣੇਦਾਰ ਨੇ ਇਸ ਈਰਖਾ ਦੇ ਨਾਲ ਭਾਈ ਮੁਖਾ ਜੀ ਦੀ ਦੁਕਾਨ ਤੇ ਜਾ ਕੇ ਆਖਿਆ, ਐ ਭਾਈ ਸਿੰਘਾ, ਤੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਨਹੀਂ ਜਾਣਾ? ਭਾਈ ਮੁਖਾ ਜੀ ਨੇ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ, ਐ ਭਾਈ ਗੁਰਮੁਖਾ, ਤੁਸੀਂ ਮੁਸਲਮਾਨ ਹੋ, ਅਗਰ ਕੋਈ ਤੁਹਾਨੂੰ ਆਖੇ ਤੁਸੀਂ ਖੁਦਾ ਦਾ ਨਾਮ ਨਾ ਲਓ, ਤੁਸੀਂ ਕਰੋਗੇ ਇਸ ਤਰ੍ਹਾਂ? ਉਹ ਕਹਿੰਦਾ ਨਹੀਂ। ਐ ਭਾਈ ਗੁਰਮੁਖਾ, ਜੇ ਤੁਹਾਨੂੰ ਆਖਿਆ ਜਾਵੇ ਤੁਸੀਂ ਮੱਕੇ ਨਹੀਂ ਜਾਣਾ, ਤੁਸੀਂ ਇਸ ਗੱਲ ਨੂੰ ਮੰਨਣ ਦੇ ਵਾਸਤੇ ਤਿਆਰ ਹੋਵੋਗੇ? ਉਹ ਕਹਿੰਦਾ ਨਹੀਂ। ਕਹਿੰਦਾ ਫਿਰ ਮੈਂ ਆਪਣੇ ਸਤਿਗੁਰੂ ਨੂੰ ਕਿਉਂ ਛੱਡਦਾ, ਮੈਂ ਫਿਰ ਆਪਣੇ ਸਤਿਗੁਰੂ ਦੇ ਦੀਦਾਰ ਕਿਉਂ ਨਾ ਕਰਨ ਜਾਵਾਂ? ਜਦੋਂ ਇਸ ਤਰ੍ਹਾਂ ਭਾਈ ਮੁਖਾ ਜੀ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਉਹ ਥਾਣੇਦਾਰ ਈਰਖਾ ਤੇ ਹੰਕਾਰ ਦੇ ਨਾਲ ਭਰਿਆ ਪਿਆ ਸੀ। ਉਹਨੇ ਭਾਈ ਮੁਖਾ ਜੀ ਦੇ ਬੜੀ ਜ਼ੋਰ ਦੀ ਇੱਕ ਚਪੇੜ ਮਾਰ ਦਿੱਤੀ। ਸਾਧ ਸੰਗਤ ਜੀ, ਔਰ ਸਤਿਗੁਰੂ ਦਾ ਸਿੱਖ, ਗਰੀਬੀ ਗਦਾ ਹਮਾਰੀ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਇਹ ਗਰੀਬੀ ਤੇ ਸਾਡੀ ਗਦਾ ਏ, ਖੱਲਾ ਰੇਨ ਸਾਰੀ। ਭਾਵ ਇੱਕ ਕਿਣਕੇ ਦੀ ਤਰ੍ਹਾਂ, ਰੇਤੇ ਦੇ ਇੱਕ ਕਿਣਕੇ ਦੀ ਤਰ੍ਹਾਂ ਆਪਣਾ ਸਿੱਖ ਦਾ ਜੀਵਨ ਹੋਣਾ ਚਾਹੀਦਾ। ਭਾਈ ਮੁਖਾ ਜੀ ਬੜੀ ਨਿਮਰਤਾ ਦੇ ਨਾਲ ਇਹਨੂੰ ਬਰਦਾਸ਼ਤ ਕਰ ਗਏ। ਸਾਧ ਸੰਗਤ ਜੀ, ਸਜਣੋ, ਸਿੱਖੀ ਦੇ ਵਿੱਚ ਔਰ ਸਾਧਨਾ ਦੇ ਵਿੱਚ ਬਰਦਾਸ਼ਤ ਕਰਨਾ ਇੱਕ ਬਹੁਤ ਵੱਡਾ ਗੁਣ ਹੈ। ਆਚਾਰੀਆ ਸ਼ੰਕਰ ਜਦੋਂ ਇੱਕ ਸਾਧਕ ਦੇ ਲੱਛਣ ਲਿਖਦੇ ਨੇ, ਇੱਕ ਲੱਛਣਾਂ ਦੇ ਵਿੱਚ ਲੱਛਣ ਆਉਂਦਾ ਤਿਤਿਕਸ਼ਾ। ਤਿਤਿਕਸ਼ਾ ਤੋਂ ਮਤਲਬ ਹੈ ਸਹਿਨ ਕਰਨਾ। ਚਾਹੇ ਤੁਸੀਂ ਠੀਕ ਹੋ, ਪਰ ਫਿਰ ਵੀ ਅਗਰ ਤੁਹਾਡੇ ਤੇ ਜ਼ੁਲਮ ਹੋ ਰਿਹਾ ਹੈ, ਸਰਦੀ ਹੈ, ਗਰਮੀ ਹੈ, ਹਾਰ ਹੈ, ਜਿੱਤ ਹੈ, ਮਾਨ ਹੈ, ਅਪਮਾਨ ਹੈ, ਗਰਮ ਹੈ, ਤੱਤ ਹੈ, ਇਹਨੂੰ ਬਰਦਾਸ਼ਤ ਕਰਨ ਦੀ ਇੱਕ ਅੰਦਰ ਸ਼ਕਤੀ ਹੋਣੀ, ਇੱਕ ਸਹਿਨਸ਼ੀਲਤਾ ਹੋਣੀ। ਇਹ ਜਦੋਂ ਤੁਸੀਂ ਸਹਿਨ ਕਰਦੇ ਹੋ, ਇਹਦਾ ਭਾਵ ਇਹ ਹੁੰਦਾ ਹੈ ਕਿ ਉਸ ਪਰਮਾਤਮਾ ਪ੍ਰਤੀ ਤੁਹਾਡਾ ਵਿਸ਼ਵਾਸ ਹੈ। ਮਹਰਸ਼ੀ ਨਾਰਦ ਲਿਖਦੇ ਨੇ, ਤਤ ਸੁਖੇ ਸੁਖਿਤਵਮ। ਪ੍ਰੇਮੀ ਦਾ ਲੱਛਣ ਕੀ ਹੈ? ਜਿਹੜਾ ਪ੍ਰੇਮ ਕਾਦੇ ਵਾਸਤੇ ਕਸ਼ਟ ਸਹਿਨ ਕਰੇ, ਜਿਹੜਾ ਆਪਣੇ ਪ੍ਰੇਮਾਸਪਦ ਦੇ ਵਾਸਤੇ ਦੁੱਖ ਸਹਿਨ ਕਰੇ, ਉਹਦਾ ਨਾਮ ਪ੍ਰੇਮੀ ਹੈ। ਜਿਹੜਾ ਦੁਖੀ ਨਹੀਂ ਕਵੇ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ, ਪਰ ਛੋਟੀ ਛੋਟੀ ਗੱਲ ਤੇ ਲੜਨ ਲੱਗ ਜਾਵੇ, ਛੋਟੀ ਛੋਟੀ ਗੱਲ ਤੇ ਡਿਮਾਂਡ ਰੱਖ ਦਵੇ, ਐਸੇ ਪ੍ਰੇਮੀ ਨੂੰ ਕੀ ਕਰਨਾ ਹੈ? ਪ੍ਰੇਮ ਦਾ ਮਤਲਬ ਹੈ ਜਿਹੜਾ ਕਸ਼ਟ ਸਹਿਨ ਕਰਦਾ। ਸਹਿਨਸ਼ੀਲਤਾ ਇੱਕ ਮਹਾਨ ਗੁਣ ਹੈ। ਔਰ ਉਹ ਮੈਂ ਕਹਿ ਦਵਾਂ, ਅੱਜ ਦੇ ਸਮੇਂ ਦੇ ਵਿੱਚ ਮਹਾਨ ਕਮੀ ਆ ਗਈ ਹੈ ਵਿਅਕਤੀ ਦੀ ਚੇਤਨਾ ਦੇ ਅੰਦਰ। ਸਹਿਨਸ਼ੀਲਤਾ ਨਹੀਂ ਰਹੀ। ਸਾਧ ਸੰਗਤ ਜੀ, ਹਰ ਵਿਅਕਤੀ ਦੂਸਰੇ ਨੂੰ ਖਾਣ ਪੈਂਦਾ, ਮੇਰਾ ਅਪਮਾਨ ਨਾ ਹੋਵੇ। ਛੋਟੀ ਜੀ ਹਾਰ, ਛੋਟੀ ਜੀ ਸਰਦੀ ਗਰਮੀ ਦੀ ਤਕਲੀਫ ਵਿਅਕਤੀ ਦੀ ਚੇਤਨਾ ਨੂੰ ਹਿਲਾ ਕੇ ਰੱਖ ਦਿੰਦੀ ਹੈ। ਸਾਧ ਸੰਗਤ ਜੀ, ਔਰ ਇਹ ਸਾਧਨਾ ਔਰ ਇਹ ਸਿਮਰਨ ਦੀ ਤਾਕਤ ਤੇ ਇਸ ਤਰ੍ਹਾਂ ਦੀ ਹੈ, ਵਿਅਕਤੀ ਪਹਾੜ ਨੂੰ ਵੀ ਆਪਣੀ ਛਾਤੀ ਦੇ ਨਾਲ ਰੋਕਣ ਦਾ ਸਾਹਸ ਰੱਖ ਲੈਂਦਾ। ਐਸੀ ਸਹਿਨਸ਼ੀਲਤਾ ਇਸ ਸਿੱਖੀ ਦੀ ਸਾਧਨਾ ਦੇ ਦੁਆਰਾ ਆਉਂਦੀ ਹੈ। ਔਰ ਗੁਰੂ ਦੇ ਸਿੱਖਾਂ ਨੇ ਇਸ ਸਹਿਨਸ਼ੀਲਤਾ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਨੇ। ਸਮਾਂ ਨਹੀਂ ਇਸ ਦੇ ਉੱਤੇ ਚੱਲਣ ਦਾ,
पर इस सहनशीलता का गुण हर सिख दे अंदर आना चाहिए। साध संगत जी, छोटी छोटी गल दे नाल बेचैन नहीं होना, छोटी छोटी गल दे नाल उद्विग्न नहीं होना, छोटी छोटी गल दे नाल काले नहीं पैना। क्यों? व्यक्ति उदों ही काला पैंदा जदों परमात्मा ते विश्वास ढिला पै जांदा। साध संगत जी, ये सिख ऐसे ऐसे तसीहे झल गए। क्यों? परमात्मा साडे नाल है, परमात्मा सानू वेखदा है। पर व्यक्ति दे अंदर इस सहनशीलता दा ना होना इस गल दा सबूत है कि व्यक्ति दा परमात्मा ते विश्वास नहीं गा। साध संगत जी, नहीं गा। भाई मुखा जी ने उसनू सहनशीलता दे नाल बर्दाश्त किया, पर अंदर एक उदासी सी, अंदर इस गल की चिंता सी, ये लोग क्यों नहीं समझते पे। बड़े प्रेम दे नाल जदों सतगुरु बालक सिंह सच्चे पातशाह दे कोल आया, सतगुरु बालक सिंह सच्चे पातशाह ने भाई मुखा जी दा मुरझाया होया चेहरा जदों वेख्या, वो अंतरजामी सतगुरु जी जान गए। भाई मुखे नू पुछया, भाई की गल है, बड़ा मुरझाया जिहा, बड़ा उदास जिहा। भाई मुखा कहंदा, पातशाह आप जानी जान हो। गुरु बालक सिंह सच्चे पातशाह ने भाई मुखे नू आख्या, भाई मुखा मेरे मुंह वाल ते वेख नजरां चुक के। जदों भाई मुखे ने गुरु बालक सिंह सच्चे पातशाह दा चेहरा वेख्या, उस थानेदार दे चपेड़ दियां उंगलियां दे निशान सतगुरु बालक सिंह सच्चे पातशाह दियां गल्लां ते भी पए सन। साध संगत जी, सतगुरु बालक सिंह सच्चे पातशाह ने आख्या, भाई ये चपेड़ा तेनू नहीं पईयां, ये चपेड़ा सानू पईयां ने, सानू पईयां ने। जिन्हें ये खोटा कर्म कीता तेरे हिरदे नू दिखाया, ओनू इस दा फल 7 दिनां दे अंदर अंदर मिल जाएगा। साध संगत जी, इतिहास दसदा वो थानेदार अपने चुबारे ते बैठा शराब पी रहा सी, पैर तिलकिया, कोठे तो थल्ले डिग गया, सिर फट के ओदी मौत हो गई। साध संगत जी, भाव गुरु अमरदास सच्चे पातशाह कहंदे ने, सतगुरु कौन है? जिहड़ा व्यक्ति नू नाम दे नाल जोड़दा है, जिहड़ा व्यक्ति नू सिमरन दे नाल जोड़दा है, जिहड़ा व्यक्ति नू उस नाम दी महात्म दसदा। क्यों? कल युग दे विच सब तो वड्डा जो साधन है वो नाम दी कमाई है। साध संगत जी, नाम दी कमाई है। क्योंकि व्यक्ति दी साधना दा स्तर, व्यक्ति दा अपने इंद्रियां दे उत्तों जो नियंत्रण है, अपने मन कामना और वासना दे उत्ते जो अपना नियंत्रण है, वो इन्ना घट चुकिया है कि होर प्रकार दियां साधना व्यक्ति दी चेतना नहीं कर पा रही। साध संगत जी, नहीं कर पा रही। केवल और केवल एक नाम दी साधना है जिन्हों व्यक्ति ये समझ करदा है, वो सतगुरु है जिहड़ा नाम जपाउंदा है, वो सतगुरु है सर्वत्र रमे हुए परमात्मा दे नाल जोड़दा है। गुरु अमरदास पातशाह कहंदे ने, वो सतगुरु है जिहड़ा अपनी मनमर्जी नाल नहीं सिखां नूं चलाउंदा। सो सतगुर देखो निमख निमख, जिन हर का पंथ बताया। पूर्व सतगुरां दी दसी हुई मर्यादा दे नाल जो जोड़दा है वो सतगुरु है। अज संसार दे विच अपनी मर्जी दे नाल लोग चलाउंदे ने पए इस तरह करो, पर सतगुरु वो है जिहड़े पूर्व गुरु साहिबां दी मर्यादा दे नाल सिखां नूं जोड़दा है। गुरु अमरदास पातशाह कहंदे ने, ऐसे सतगुरां दे पैरां 'च पै जावो जिहड़ा अपने मोह नूं ते साडे अज्ञान नूं तोड़ देंदा है। ऐसे सतगुरां नूं मन्नो जिहड़ा भगती दे नाल जोड़दा है। सतगुरु बालक सिंह सच्चे पातशाह ने सारी लोकाई नूं नाम नाल जोड़िया, रमे होए परम पिता परमात्मा दे नाल जोड़िया। गुरु नानक पातशाह गुरु गोबिंद सिंह सच्चे पातशाह दी परंपरा दे नाल जोड़िया, और मोह अज्ञान दे अंधकार नूं दूर करके जन जन दे विच सब दे हिरदियां दे विच उस भगती प्रेम ते शरधा दे भाव नूं जगाया। ऐसा जीवन सतगुरु बालक सिंह सच्चे पातशाह ने साडे सारियां नूं जीवन दी जाच दसी। ऐसे सतगुरां दे चरनां दे विच अपनी प्रेम भरी शरधा नूं समर्पित करदा होया सब प्रेम सत्कार नाल आखिए, धन श्री सतगुरु बालक सिंह सच्चे पातशाह जी। सत श्री अकाल।